देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। लगातार किसान अपने हक्कां ਦੇ ਲਈ ਦਿੱਲੀ ਵਿੱਚ ਬੈਠੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਨੇ ਔਰ ਇਸ ਅੰਦੋਲਨ ਨੂੰ ਜੇ ਵੇਖਿਆ ਜਾਵੇ ਤਾਂ ਇੱਕ ਵੱਖਰਾ ਜੋਸ਼ ਭਰਦੇ ਨੇ ਪੰਜਾਬੀ 뮤직 ਇੰਡਸਟਰੀ ਦੇ ਕਲਾਕਾਰ। ਸਾਡੇ ਨਾਲ ਮੌਜੂਦ ਨੇ ਹਿਮਾਂਸ਼ੀ ਖੁਰਾਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੇ ਤੁਸੀਂ ਇੱਥੇ ਆਏ ਹੋ, ਪਿੱਛੋਂ ਲੈ ਕੇ ਅੱਗੇ ਤੱਕ ਪਹੁੰਚਦੇ ਸਾਰਾ ਇਕੱਠ ਦੇਖਿਆ, ਹਰ ਭਾਈਚਾਰਾ ਦੇਖਿਆ, ਕਿਵੇਂ ਲੱਗਾ? ਮੈਂ ਗੱਡੀ ਫਸ ਗਈ ਸੀ, ਬਹੁਤ ਔਖੇ ਨਿਕਲੇ ਆ। ਮੈਨੂੰ ਲੱਗਿਆ ਨਹੀਂ ਸੀਗਾ ਕਿ ਇੰਨਾ ਜ਼ਿਆਦਾ ਉਹ ਰਹੇਗਾ ਇੱਥੇ। ਪ੍ਰੋਪਰ ਸਾਰੇ ਘਰ ਪਾ ਕੇ ਹੀ ਬੈਠੇ ਹੋਏ ਨੇ, ਲੱਗਦਾ ਨਹੀਂ ਕਿ ਇਹ ਛੇਤੀ ਜਾਣਗੇ। ਸੋ ਮੈਂ ਬਹੁਤ ਇਮੋਸ਼ਨਲ ਆ। ਮੈਂ ਆਂਦੇ ਹੀ ਬੋਲਣ ਲੱਗ ਪਈ ਕਿ ਮੈਂ ਪਤਾ ਨਹੀਂ ਮੈਂ ਦੇਖ ਪਾਉਂਗੀ ਜਾਂ ਨਹੀਂ ਦੇਖ ਪਾਉਂਗੀ। ਸੋ ਬਹੁਤ ਟਫ ਆ, ਔਖਾ ਆ। ਸਪੀਚਲੈਸ ਵਾਲੀ ਇੱਕ ਫੀਲਿੰਗ ਹੁੰਦੀ ਨਾ, ਉਹ ਆ। ਲਗਾਤਾਰ ਕਿਸਾਨ ਬੈਠੇ ਹੋਏ ਆ, ਬਜ਼ੁਰਗ ਬੈਠੇ ਹੋਏ ਆ, ਬੀਬੀਆਂ ਬੈਠੇ ਹੋਈਆਂ ਨੇ। ਹੌਸਲਾ ਦਿਨੋਂ ਦਿਨ ਵੱਧ ਰਿਹਾ ਕਿਉਂਕਿ ਕਹਿ ਸਕਦੇ ਆ, ਆਗੂ ਕਹਿ ਰਹੇ ਨੇ ਕਿ ਇਹ ਚਾਲ ਹੋ ਸਕਦੀ ਸਰਕਾਰ ਦੀ ਜੇ ਲੰਬੀ ਜੇ ਡੇਟ ਪਾ ਰਿਹਾ, ਬਾਰ-ਬਾਰ ਮੀਟਿੰਗਾਂ ਕਰ ਰਿਹਾ, ਜਾਣ ਬੁੱਝ ਕੇ ਕਰ ਰਿਹਾ। ਇਹਦਾ ਨਾ ਮਤਲਬ ਇਹ ਹੈ ਕਿ ਜੇ ਲੰਬਾ ਜਾਊਗਾ ਅੰਦੋਲਨ ਕੁਝ ਬੰਦੇ ਘਟ ਜਾਣਗੇ, ਇਕੱਠ ਘੱਟ ਹੋ ਜਾਊਗਾ, ਪਰ ਇਕੱਠ ਵੱਧ ਰਿਹਾ। ਜੋ ਮੈਨੂੰ ਪਤਾ ਚੱਲਿਆ ਕਿ ਇੱਥੇ ਇਹ ਮੇਨ ਗੜ੍ਹ ਆ। ਸੋ ਇੱਥੋਂ ਇਹ ਹੁਣੀ ਇਨਫੋਰਮੇਸ਼ਨ ਇਹ ਮਿਲੀ ਆ ਕਿ ਰਾਜਸਥਾਨ ਤੋਂ ਵੀ ਇੱਥੇ ਆ ਰਹੇ ਨੇ, ਹਿਮਾਚਲ ਤੋਂ ਵੀ ਇੱਥੇ ਆ ਰਹੇ ਨੇ, ਕਿਉਂਕਿ ਇੱਥੇ ਇਕੱਠ ਜ਼ਿਆਦਾ ਆ ਔਰ ਹਿਊਜ ਲੈਵਲ ਦੇ ਉੱਤੇ ਬਹੁਤ ਸਾਰੀ ਜਨਤਾ ਜਦ ਇੱਥੇ ਇਕੱਠੀ ਆ ਤਾਂ ਉਹਨਾਂ ਨੂੰ ਹੌਸਲਾ ਇਹ ਮਿਲ ਰਿਹਾ ਵੀ ਇੱਥੇ ਹੀ ਚੱਲਦੇ ਆ। ਉਹ ਇਸ ਕਰਕੇ ਪੰਜਾਬ ਜ਼ਿਆਦਾ ਹਾਈਲਾਈਟ ਹੋ ਰਿਹਾ ਕਿ ਇਕੱਲੇ ਪੰਜਾਬੀ ਨੇ ਨਹੀਂ, ਬਟ ਬਹੁਤ ਸਾਰੇ ਮਤਲਬ ਤਕਰੀਬਨ ਮਿਕਸ ਲੋਕ ਨੇ ਇੱਥੇ ਜਿਹੜੇ ਬੈਠੇ ਨੇ। ਉਹ ਜਿਹਨੂੰ ਹੁਣ ਦੁੱਖ ਲੱਗਾ ਆ ਉਹਨੂੰ ਹੀ ਤਕਲੀਫ ਪਤਾ, ਤਾਂ ਹੀ ਜਿਸ ਹਿਸਾਬ ਨਾਲ ਮਤਲਬ ਪੱਕੇ ਤੰਬੂ ਗੱਡ ਕੇ ਬੈਠੇ ਨੇ, ਮਤਲਬ ਉਹਨਾਂ ਦੇ ਇਰਾਦੇ ਪੱਕੇ ਨੇ ਵੀ ਸਾਨੂੰ ਸਾਡੀ ਚੀਜ਼ ਚਾਹੀਦੀ ਆ। ਤਾਂ ਉਹ ਉਸ ਹਿਸਾਬ ਨਾਲ ਤਾਂ ਦੇਖਿਆ ਜਾਵੇ ਕਿ ਹੁਣ ਮੇਬੀ ਉਹ ਜੋ ਸੋਚ ਰਹੇ ਨੇ ਉਹ ਕਰਕੇ ਹੀ ਜਾਣਗੇ। ਲਗਾਤਾਰ ਹਰ ਵਾਰ ਅਸੀਂ ਗੱਲ ਕਰਦੇ ਹਾਂ ਤਾਂ ਉਹਨਾਂ ਦਾ ਇਹੀ ਬਿਆਨ ਹੁੰਦਾ ਹੈ ਕਿ ਅਸੀਂ ਜਿੱਤ ਚੁੱਕੇ ਹਾਂ, ਐਲਾਨ ਹੋਣਾ ਬਾਕੀ ਹੈ। ਦੇਖਦੇ ਹਾਂ ਕਿ ਜਿਵੇਂ ਕਿ ਘਰ ਦੀਆਂ ਜ਼ਰੂਰਤ ਵਸਤਾਂ ਹੁੰਦੀਆਂ ਨੇ ਉਹ ਇੱਥੇ ਆ ਚੁੱਕੀਆਂ ਨੇ। ਟੈਲੀਵਿਜ਼ਨ ਦੀ ਗੱਲ ਕਰੀਏ, ਇੱਥੇ ਟੀਵੀ ਤੱਕ ਲੱਗ ਚੁੱਕਿਆ, ਫਿਲਮਾਂ ਚੱਲ ਰਹੀਆਂ ਨੇ ਧਾਰਮਿਕ ਰਾਤ ਨੂੰ, ਔਰ ਲੰਗਰ ਪੱਕ ਰਿਹਾ। ਉਸੇ ਤਰ੍ਹਾਂ ਲੋਕ ਤਿਆਰ ਹੁੰਦੇ ਆ, ਇੱਕ ਪਾਠ ਕਰਕੇ ਨਿਕਲਦੇ ਨੇ ਜਿਵੇਂ ਘਰ ਦੇ ਵਿੱਚ। ਇੱਥੇ ਆ ਕੇ ਇਹਨਾਂ ਨੇ ਆਪਣਾ ਘਰ ਨਵਾਂ ਬਣਾ ਲਿੱਤਾ ਹੋਇਆ। ਦੇਖੋ, ਇਹ ਹਮੇਸ਼ਾ ਖਾਸੀਅਤ ਰਹੀ ਆ। ਮੈਂ ਜਦੋਂ ਪਹਿਲੇ ਵੀ ਫਲੱਡ ਵਾਲੀ ਜਗ੍ਹਾ 'ਤੇ ਵੀ ਗਈ ਸੀ, ਉੱਥੇ ਆਮ ਲੋਕਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਾਰਸ਼ੈਲਿਟੀ ਨਹੀਂ ਹੈਗੀ। ਆਮ ਲੋਕਾਂ 'ਚ ਕਿਸੇ ਵੀ ਤਰ੍ਹਾਂ ਦਾ ਸਟੇਟ ਨੂੰ ਲੈ ਕੇ ਜਾਂ ਜਾਤੀਵਾਦ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਵੈਰ ਵਿਰੋਧ ਨਹੀਂ ਹੈਗਾ। ਸਾਰੇ ਲੋਕ ਮਤਲਬ ਤੁਸੀਂ ਹਿਸਾਬ ਲਾ ਲਓ ਵੀ ਇੱਥੇ ਕਿਸੇ ਵੀ ਚੀਜ਼ ਦੀ ਮੈਨੂੰ ਤਾਂ ਨਹੀਂ ਲੱਗਦਾ। ਮੈਂ ਹੁਣੀ ਆਈ ਹਾਂ, ਮੈਨੂੰ ਕੇਸਰ ਦੇ ਦੁੱਧ ਦਾ ਲੰਗਰ ਇਹ ਮਤਲਬ ਆਪਣੇ ਕੀ ਕਰਦੇ ਨੇ, ਰੋਟੀ ਪਾਣੀ ਦੀ ਕਮੀ ਨਹੀਂ ਆਉਣ ਦਿੰਦੇ ਹੈਗੇ। ਸੋ ਕੋਈ ਵੀ ਜਿੱਥੋਂ ਵੀ ਹੈਗਾ, ਚਾਹੇ ਲੋਕ ਇੱਥੇ ਪਹੁੰਚ ਵੀ ਨਹੀਂ ਰਹੇ, ਜੋ ਨਹੀਂ ਆ ਸਕਦੇ, ਜੋ ਸ਼ਾਇਦ ਕਿਸਾਨੀ ਪ੍ਰੋਫੈਸ਼ਨ ਤੋਂ ਬਿਲੋਂਗ ਵੀ ਨਹੀਂ ਕਰਦੇ, ਬਟ ਉਹ ਵੀ ਪਿੱਛੇ ਖੜੇ ਨੇ, ਹੈ ਨਾ। ਇਹੀ ਮੇਨ ਖੂਬਸੂਰਤੀ ਆ, ਇਹੀ ਸਾਡੀ ਜਗ੍ਹਾ ਦੀ ਮੇਨ ਚੀਜ਼ ਹੈਗੀ ਹੈ ਕਿ ਦੈਟਸ ਵਾਈ ਇਹ ਵੀ ਇੱਥੇ ਆਏ ਨੇ। ਇਹਨਾਂ ਨੂੰ ਪਤਾ ਸੀ ਵੀ ਅਸੀਂ ਪਹੁੰਚ ਕੇ ਪਿੱਛੋਂ ਸਾਂਭ ਲੈਣਾ ਜਿਹੜੇ ਸਾਡੇ ਹੋਰ ਲੋਕ ਹੈਗੇ ਨੇ। ਇੱਥੋਂ ਦੇ ਵਾਸੀ ਸਭ ਤੋਂ ਵੱਧ ਹੁੰਗਾਰਾ ਭਰ ਰਹੇ ਆ, ਸਭ ਤੋਂ ਵੱਧ ਮਤਲਬ ਕਿ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਆ ਰਹੇ ਆ। ਔਰ ਦੱਸਿਆ ਜਾਂਦਾ ਹੈ ਨੈਸ਼ਨਲ ਮੀਡੀਆ ਵੱਲੋਂ ਕਿ ਦਿੱਲੀ ਦੇ ਵਾਸੀ ਤੰਗ ਹੋ ਚੁੱਕੇ ਆ, ਉਹ ਕਲਪ ਰਹੇ ਨੇ। ਜਦ ਕਿ ਬੀਤੇ ਦਿਨੀ ਨੌਜਵਾਨਾਂ ਨੇ ਇੱਕ ਡਿਲੀਵਰੀ ਕਰਵਾਈ ਆ, ਪ੍ਰੈਗਨੈਂਟ ਲੇਡੀ ਸੀਗੀ ਔਰ ਉਸ ਬੱਚੇ ਨੇ ਇਸ ਅੰਦੋਲਨ ਵਿੱਚ ਜਨਮ ਲਿਆ ਔਰ ਕੋਈ ਨਹੀਂ ਮੰਨ ਰਿਹਾ ਸੀਗਾ। ਪੁਲਿਸ ਵਾਲੇ ਤੱਕ ਮਤਲਬ ਕਿ ਗੱਲ ਮੰਨਣ ਰਾਜ਼ੀ ਨਹੀਂ ਸੀਗੇ। ਫਿਰ ਨੌਜਵਾਨ ਦਾ ਠਿਕਰੀ ਪੈਰਾ ਦਿੰਦੇ ਆ, ਉਹਨਾਂ ਨੇ ਹਸਪੀਟਲ ਲੈ ਕੇ ਸਾਰਾ ਟ੍ਰੀਟਮੈਂਟ ਕਰਵਾਇਆ ਔਰ ਜੋ ਵੀ ਪ੍ਰੋਸੈਸ ਸੀਗਾ ਰੱਖਿਆ। ਔਰ ਸਾਰੇ ਵਾਸੀ ਇਹੀ ਕਹਿੰਦੇ ਨੇ ਕਿ ਇੱਥੇ ਇੱਕ ਵੱਖਰਾ ਮੇਲਾ ਲੱਗ ਚੁੱਕਾ ਹੋਇਆ। ਇਹ ਲੱਗਦਾ ਨਹੀਂ ਕਿ ਅੰਦੋਲਨ ਆ। ਦੇਖੋ, ਅੰਦੋਲਨ ਜਿੱਥੇ ਹੁੰਦਾ, ਮੈਂ ਉਹੀ ਕਹਿ ਰਹੀ ਨਾ, ਇਹ ਸਾਰੇ ਜਾਣੇ ਮਿਲ ਜੁਲ ਕੇ ਰਹਿ ਰਹੇ ਨੇ। ਮੈਨੂੰ ਨਹੀਂ ਪਤਾ ਜਿੱਤਣਾ ਹੈ ਨਹੀਂ ਜਿੱਤਣਾ ਹੈ, ਸੱਚੇ ਪਾਤਸ਼ਾਹ ਨੂੰ ਹੀ ਅਰਦਾਸ ਹੈ ਕਿ ਜੋ ਉਹਨਾਂ ਦਾ ਹੱਕ ਬਣਦਾ ਉਹ ਮਿਲੇ। ਪਰ ਜਿਸ ਹਿਸਾਬ ਨਾਲ ਇਹ ਸਾਰੇ ਜਣੇ ਰਹਿ ਰਹੇ ਨੇ, ਇਹਨਾਂ ਦੇ ਸਾਰਿਆਂ ਦੇ ਚਿਹਰੇ 'ਤੇ ਇੱਕ ਮੁਸਕਾਨ ਹੈ। ਸਾਰੇ ਜਣੇ ਬਹੁਤ ਜ਼ਿਆਦਾ ਉਹਦੇ ਨਾਲ ਮੈਂ ਗੱਡੀ ਚਲਾ ਕੇ ਆਈ ਹਾਂ, ਮੇਰਾ ਮਾਸਕ ਨੀਚੇ ਸੀ, ਮੈਨੂੰ ਹਰੇਕ ਨੇ ਮਤਲਬ ਉਹ ਕੀਤਾ ਕਿ ਖੁਸ਼ ਹੋ ਕੇ ਕੀ ਆ ਰਿਹਾ, ਕੋਈ ਪਰੇਸ਼ਾਨ ਨਹੀਂ, ਕੋਈ ਕੁਛ ਨਹੀਂ, ਸਾਰੇ ਜਣੇ ਖੜੇ ਨੇ। ਸੋ ਦੇਖੋ, ਜੇ ਸ਼ਾਂਤੀ ਵਾਲੇ ਤਰੀਕੇ ਨਾਲ ਜੇ ਕੁਝ ਚਾਹ ਰਹੇ ਨੇ, ਮੰਗ ਰਹੇ ਨੇ, ਤਾਂ ਰੱਬ ਵੀ ਫਿਰ ਦਿੰਦਾ ਹੀ ਹੈ। ਥੋੜ੍ਹਾ ਸੰਘਰਸ਼ ਤਾਂ ਕਰਨਾ ਹੀ ਪੈਂਦਾ ਆ, ਤਾਂ ਹੋਪਫੁਲੀ ਮਿਲ ਜਾਵੇ। ਲਗਾਤਾਰ ਇਹ ਅੰਦੋਲਨ ਚੱਲ ਰਿਹਾ ਸ਼ਾਂਤਮਈ, ਅਸੀਂ ਅਕਸਰ ਕਹਿੰਦੇ ਹਾਂ ਸ਼ਾਂਤਮਈ, ਕਿਤੇ ਵੀ ਕੋਈ ਨੁਕਸਾਨ ਨਹੀਂ ਹੋਇਆ। ਔਰ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਇਸ ਅੰਦੋਲਨ ਨੂੰ ਚੜ੍ਹਦੀ ਕਲਾ ਵੱਲ ਗਿਆ ਹੈ। ਵਿੱਚ ਸ਼ਰਾਰਤੀ ਅਨਸਰ ਆ ਕੇ ਇਸ ਨੂੰ ਭੰਗ ਕਰਨਾ ਚਾਹੁੰਦੇ ਆ।
ਦੇਖੋ ਬਹੁਤ ਸਾਰੇ ਸਟੇजेस ਆਉਂਦੇ ਨੇ ਵਿੱਚ, ਠੀਕ ਹੈ, ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਨੇ, ਬਟ ਜੇ ਕੋਈ ਬਹੁਤ ਵੱਡੀ ਚੀਜ਼ ਚਾਹੀਦੀ ਆ ਪੋਜ਼ਿਟਿਵ ਵੇ ਦੇ ਵਿੱਚ, ਚਾਹੇ ਉਹ ਲਾਈਫ ਦਾ ਸੰਘਰਸ਼ ਹੋਵੇ, ਚਾਹੇ ਤੁਸੀਂ ਆਪਣੀ ਲਾਈਫ ਦਾ ਕੋਈ ਪ੍ਰੋਫੈਸ਼ਨ ਹੋਵੇ, ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਾਮਯਾਬੀ ਹੋਵੇ, ਉਹਨੂੰ ਪਾਉਣ ਵਾਸਤੇ ਬਹੁਤ ਔਖਾ ਰਾਹ ਕੱਢਣਾ ਪੈਂਦਾ, ਲੇਕਿਨ ਜਦੋਂ ਮਿਲ ਜਾਂਦੀ ਹੈ ਫਿਰ ਔਖਾ ਰਾਹ ਯਾਦ ਵੀ ਨਹੀਂ ਰਹਿੰਦਾ। ਸੋ ਮੈਨੂੰ ਉਹੀ ਚੀਜ਼ ਲੱਗ ਰਹੀ ਹੈ ਕਿ ਇੰਨਾ ਸੰਘਰਸ਼ ਕਰ ਰਹੇ ਨੇ, ਬਟ ਆਪਸ 'ਚ ਰਲ ਕੇ ਜੋ ਕਰ ਰਹੇ ਨੇ, ਇੱਕ ਦੂਜੇ ਦਾ ਸਮਾਂ ਕਢਾ ਰਹੇ ਨੇ, ਜੋ ਕਿ ਸ਼ਾਇਦ ਯਾਦ ਵੀ ਨਹੀਂ ਰਹੇਗਾ ਬਾਅਦ ਦੇ ਵਿੱਚ। ਅੱਜ ਖਾਲਸਾ ਏਡ ਵਿੱਚ ਆਏ ਹੋ, ਸੇਵਾ ਕੀਤੀ ਆ, ਇਹ ਸਾਰੇ ਇੱਕ ਫੈਸਿਲਿਟੀ ਦੇ ਰਹੇ A to Z ਲਗਾਤਾਰ, ਹਰ ਕੋਈ ਲੰਗਰ ਲਾ ਕੇ, ਹਰ ਕੋਈ ਵੱਖ-ਵੱਖ ਸੇਵਾਵਾਂ, ਕੋਈ ਮੈਡੀਕਲ ਕੈਂਪ ਲਗਾ ਰਿਹਾ, ਕੋਈ ਕੁਝ ਕਰ ਰਿਹਾ। ਇੱਕ ਕਹਿ ਦਈਏ ਕਿ ਇਕੱਠ ਹੋ ਚੁੱਕਾ, ਸਾਰੇ ਭਾਈਚਾਰੇ ਇਕੱਠੇ ਹੋ ਗਏ ਨੇ, ਹਿੰਦੂ ਭਾਈਚਾਰਾ, ਸਿੱਖ ਭਾਈਚਾਰਾ, ਮੁਸਲਿਮ ਭਾਈਚਾਰਾ। ਹੁਣ ਇਹ ਨਮਾਜ਼ ਪੜ੍ਹ ਰਹੇ ਸੀਗੇ, ਨਮਾਜ਼ ਦੇ ਵਿੱਚ ਦੁਆ ਹੀ ਕਰਦੇ ਨੇ ਕਿ ਇਹ ਕਾਨੂੰਨ ਰੱਦ ਹੋਣ ਤੇ ਅਸੀਂ ਖੁਸ਼ਹਾਲ ਵਾਪਸ ਜਾਈਏ। ਬਿਲਕੁਲ ਮੈਂ 5 ਸਾਲ ਤੋਂ ਖਾਲਸਾ ਏਡ ਨਾਲ ਜੁੜੀ ਹੋਈ ਹਾਂ। ਮੈਂ ਸ਼ਾਇਦ ਪਹਿਲੀ ਪਰਸਨ ਸੀਗੀ, ਮੈਂ ਮਤਲਬ ਮੈਨੂੰ ਬੜੀ ਖੁਸ਼ੀ ਸੀਗੀ, ਮੈਂ ਬਹੁਤ ਟਾਈਮ ਤੋਂ ਪਿੱਛੇ ਪਈ ਹੋਈ ਸੀਗੀ ਕਿ ਮੈਨੂੰ ਮੈਂਬਰਸ਼ਿਪ ਦੇ ਦਿਓ। ਸੋ ਆਫਟਰ 2.5 ਸਾਲ ਬਾਅਦ ਇਹਨਾਂ ਨੇ ਮੈਨੂੰ ਪਰਮਿਸ਼ਨ ਦਿੱਤੀ ਅਤੇ ਉਦੋਂ ਦੀ ਮੈਂ ਨਾਲ ਆ। ਸੋ ਇਹ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ, ਕੋਈ ਕੁਛ ਹੋਵੇ ਤਾਂ ਗਰਾਊਂਡ ਲੈਵਲ 'ਤੇ ਪਹੁੰਚ ਹੀ ਜਾਂਦੇ। ਔਰ ਮੈਨੂੰ ਐਜ਼ ਅ ਸੈਲੈਬਰਿਟੀ ਸਭ ਤੋਂ ਜ਼ਿਆਦਾ ਸਹੀ ਲੱਗਦਾ ਇੱਕ ਪਰਿਵਾਰ ਹੀ ਹੈ ਕਿ ਮੈਂ ਆ ਰਹੀ ਹਾਂ, ਅਤੇ ਕੁਛ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਹਰ ਜਗ੍ਹਾ ਪਹੁੰਚ ਜਾਂਦੇ ਨੇ, ਹਰ ਜਗ੍ਹਾ ਹਰ ਚੀਜ਼ ਪ੍ਰੋਵਾਈਡ ਕਰਾਉਂਦੇ ਨੇ, ਚਾਹੇ ਕੋਈ ਵੀ ਪ੍ਰੋਬਲਮ ਆਈ ਹੋਵੇ। ਸੋ ਲੈਟਸ ਸੀ ਕੀ ਹੁੰਦਾ। ਮੈਡਮ ਸਾਰੇ ਸ਼ਾਂਤਮਈ ਬੈਠੇ ਆ, ਪਰ ਹਰ ਵਾਰ ਟਿੱਪਣੀਆਂ ਹੁੰਦੀਆਂ ਨੇ ਕਿ ਇਹ ਅੱਤਵਾਦੀ ਨੇ, ਇਹ ਵੱਖਵਾਦੀ ਨੇ, ਇਹ ਓਪੋਜੀਸ਼ਨ ਵੱਲੋਂ ਆਏ ਹੋਏ ਨੇ, ਕਿਸਾਨ ਨਹੀਂ ਹੈਗੇ, ਕਿਸਾਨ ਟਵਿੱਟਰ ਯੂਜ਼ ਕਰ ਹੀ ਨਹੀਂ ਸਕਦੇ, ਕਿਸਾਨਾਂ ਕੋਲ ਵੱਡੀਆਂ ਗੱਡੀਆਂ ਹੋ ਹੀ ਨਹੀਂ ਸਕਦੀਆਂ। ਹਰ ਵਾਰ ਕਿਉਂ ਇੱਦਾਂ ਹੁੰਦਾ? ਨਹੀਂ, ਐਸਾ ਕੁਛ ਨਹੀਂ ਹੈ। ਮੰਨ ਲਓ ਮੈਂ ਅੱਜ ਫੋਰ ਐਗਜ਼ਾਮਪਲ, ਇੱਕ ਐਗਜ਼ਾਮਪਲ ਦੇ ਤੌਰ 'ਤੇ ਮੈਂ ਇੱਕ ਫਿਲਮ ਪ੍ਰੋਫੈਸ਼ਨ 'ਚੋਂ ਹਾਂ, ਮੈਂ ਫਿਲਮ ਪ੍ਰੋਫੈਸ਼ਨ ਦੇ ਵਿੱਚ ਸੈਟਲਡ ਹੋਵਾਂਗੀ ਤਾਂ ਮਤਲਬ ਮੇਰੇ ਕੋਲ ਕਾਰ ਹੈਗੀ ਹੈ, ਤਾਂ ਕੱਲ੍ਹ ਨੂੰ ਜੇ ਮੇਰਾ ਬੱਚਾ ਆ ਤਾਂ ਉਹਦੇ ਕੋਲ ਕਾਰ ਹੋਏਗੀ। ਜੇ ਕਿਸਾਨੀ ਤੋਂ ਮਿਹਨਤ ਕਰਕੇ ਪਿਓ ਨੇ ਗੱਡੀ ਲਈ ਆ ਤਾਂ ਉਹਦੇ ਬੱਚੇ ਕੋਲੇ ਤਾਂ ਡੈਫੀਨੇਟਲੀ ਹੋਏਗੀ। ਸੋ ਇਹ ਮਟੀਰੀਅਲਿਸਟਿਕ ਚੀਜ਼ਾਂ ਨਾਲ ਕੰਪੇਅਰ ਕਰਕੇ ਪ੍ਰੋਫੈਸ਼ਨ ਦਾ ਅੰਦਾਜ਼ਾ ਲਾਣਾ, ਦੈਟ ਮੀਨ ਤੁਸੀਂ ਚਾਹੁੰਦੇ ਹੋ ਕਿ ਕਿਸਾਨ ਗਰੀਬ ਸੀ ਅਤੇ ਗਰੀਬ ਹੀ ਰਹੇ, ਠੀਕ ਹੈ। ਸੋ ਮਟੀਰੀਅਲਿਸਟਿਕ ਚੀਜ਼ਾਂ ਲੈਣੀਆਂ ਅੱਜ ਕੱਲ੍ਹ ਮੁਸ਼ਕਿਲ ਨਹੀਂ ਹੈਗੀਆਂ। ਲੋਨ ਲਓ ਗੱਡੀ ਆ ਜਾਂਦੀ ਹੈ, ਲੋਨ ਲਓ ਘਰ ਆ ਜਾਂਦਾ ਆ, ਕਿਸ਼ਤਾਂ ਹੋ ਜਾਂਦੀਆਂ ਨੇ, ਬਟ ਪਿੱਛੇ ਜਿਹੜਾ ਕਰਜ਼ਾ ਆ ਉਹ ਕਿਸੇ ਨੂੰ ਨਹੀਂ ਪਤਾ। ਗੱਡੀ ਵੱਡੀ ਵੀ ਲਈ ਜਾ ਸਕਦੀ, ਮੇਰੀ ਕਾਰ ਲੋਨ 'ਤੇ ਆ, ਬਟ ਤੁਹਾਨੂੰ ਪਤਾ ਆ ਕਿ ਮੈਂ ਕਿਸ਼ਤਾਂ ਕਿਵੇਂ ਦੇ ਰਹੀ ਹਾਂ ਜਾਂ ਕਿਵੇਂ ਸਿਸਟਮ ਹੈਗਾ ਆ, ਉਹ ਸਾਨੂੰ ਪਤਾ ਆ, ਲੇਕਿਨ ਅੱਗੇ ਉਹ ਚੀਜ਼ ਦਿਖਦੀ ਆ। ਲੇਕਿਨ ਉਹਦੇ ਵਾਸਤੇ ਰੈਗੂਲਰ ਇਨਕਮ ਆਉਣੀ ਬਹੁਤ ਜ਼ਰੂਰੀ ਹੈ, ਰੈਗੂਲਰ ਸਰਕਲ ਘੁੰਮਣਾ ਬਹੁਤ ਜ਼ਰੂਰੀ ਹੈ। ਮੈਂ 6 ਮਹੀਨੇ ਕੰਮ ਨਹੀਂ ਕਰੂੰਗੀ ਤਾਂ ਮੇਰਾ ਸਰਕਲ ਹਿਲ ਜਾਏਗਾ। ਸੋ ਪ੍ਰੋਬਲਮ ਇਹ ਹੈ ਕਿ ਸਾਰੇ ਜਾਣੇ ਇੱਕ ਇਲਿਊਜ਼ਨ ਦੇ ਵਿੱਚ ਨੇ ਕਿ ਆਹ ਪ੍ਰੋਫੈਸ਼ਨ ਇੰਨਾ ਕੁ ਹੀ ਕਮਾ ਸਕਦਾ ਜਾਂ ਆਹ ਪ੍ਰੋਫੈਸ਼ਨ ਇਸ ਤੋਂ ਉੱਪਰ ਨਹੀਂ ਜਾ ਸਕਦਾ ਜਾਂ ਇਹਦਾ ਲਾਈਫ ਸਟਾਈਲ ਇੰਨਾ ਵਾਸਟ ਨਹੀਂ ਹੋ ਸਕਦਾ, ਹੈ ਨਾ। ਮਿੱਥ ਬਣੀ ਹੋਈ ਆ। ਆਪਾਂ ਸੋਚਦੇ ਹਾਂ ਵੀ ਜੇ ਹਲ ਜੋਤਣ ਵਾਲਾ ਤਾਂ ਉਹ ਫੋਟੋਆਂ 'ਚ ਦੇਖਦੇ ਹਾਂ ਤਾਂ ਉਹਨੇ ਬਨੈਨ ਦੇ ਨੀਚੇ ਧੋਤੀ ਬੰਨੀ ਹੋਈ ਆ ਤਾਂ ਉਸ ਤੋਂ ਵਧੀਆ ਕੱਪੜੇ ਪਾ ਨਹੀਂ ਸਕਦਾ, ਲੇਕਿਨ ਉਹ ਆਪਣੀ ਰੈਗੂਲਰ ਇਨਕਮ ਲਈ ਫਾਈਟ ਕਰ ਰਹੇ ਨੇ। ਜੇ ਇੱਕ ਬੰਦੇ ਦੀ ਜੌਬ ਚਲੀ ਜਾਂਦੀ ਆ ਤਾਂ ਉਹ ਇਹ ਸੋਚੇਗਾ ਕਿ ਬਈ ਮੇਰੀ ਅਗਲੇ ਮਹੀਨੇ ਦੀ ਤਨਖਾਹ ਕਿੱਥੋਂ ਆਊਗੀ, ਅਗਲੇ ਮਹੀਨੇ ਦਾ ਉਹ ਕਿੱਥੋਂ ਹੈਗਾ। ਤਾਂ ਇਟ ਡਜ਼ਨਟ ਮੀਨ ਕਿ ਉਹ ਕਿਸੇ ਤੋਂ ਜਾ ਕੇ ਆਪਣੇ ਲਈ ਆਪਣੀ ਪ੍ਰੋਬਲਮ ਦੱਸਣ ਆਵੇ ਕਿ ਬਈ ਮੈਨੂੰ ਪੈਸਾ ਕਿੱਥੋਂ ਆਊਗਾ ਜਾਂ ਮੈਨੂੰ ਇਹ ਤੋਂ ਨੁਕਸਾਨ ਹੋ ਜਾਏਗਾ। ਸੋ ਇੱਕ ਤਰ੍ਹਾਂ ਨਾਲ ਇਹ ਫਾਇਦਾ ਨੁਕਸਾਨ ਦੱਸਣ ਆਏ ਨੇ। ਜਾਂ ਜਦੋਂ ਆਪਾਂ ਵੋਟ ਕਰਦੇ ਹਾਂ ਆਪਾਂ ਇੱਕ ਆਸ ਰੱਖਦੇ ਹਾਂ, ਇੱਕ ਤਰ੍ਹਾਂ ਨਾਲ ਇਹ ਮਾਂ-ਬਾਪ ਹੀ ਕਹਿ ਲਓ ਵੀ ਆਪਾਂ ਇੱਕ ਆਸ ਲੈ ਕੇ ਬੈਠੇ ਵੀ ਭਾਈ ਸਾਨੂੰ ਆਹ ਚੀਜ਼ ਤੋਂ ਨੁਕਸਾਨ ਫਾਇਦਾ ਹੋ ਸਕਦਾ ਅਤੇ ਤੁਸੀਂ ਸਾਡੀ ਪਲੀਜ਼ ਹੈਲਪ ਕਰੋ ਜਾਂ ਤੁਸੀਂ ਸਾਡੀ ਸੁਣ ਲਓ। ਸੋ ਆਈ ਥਿੰਕ ਬਹੁਤ ਮਿਸਮੈਨੇਜਮੈਂਟ ਹੋ ਰਹੀ ਹੈ ਜਾਂ ਮਿਸਮੈਨੇਜਮੈਂਟ ਅਗਰ ਉਹਨਾਂ ਵੱਲੋਂ ਵੀ ਹੈ ਇੱਧਰੋਂ ਵੀ ਆ। ਆਈ ਥਿੰਕ ਜੇ ਕਾਨੂੰਨ ਪਾਸ ਹੋ ਵੀ ਰਿਹਾ ਸੀ, ਐਟਲੀਸਟ ਸਾਡੇ ਜਿੰਨੇ ਵੀ ਫਾਰਮਰ ਜਾਂ ਕੋਈ ਹੈੱਡ ਕਮੇਟੀ ਹੋਵੇ ਜਾਂ ਕੁਛ ਹੋਵੇ, ਐਟਲੀਸਟ ਸਲਾਹ ਕਰ ਸਕਦੇ ਸੀਗੇ ਕਿ ਤੁਹਾਨੂੰ ਇਹਦੇ ਨਾਲ ਫਾਇਦਾ ਨੁਕਸਾਨ ਹੈਗਾ ਜਾਂ ਨਹੀਂ ਹੈਗਾ। ਸੋ ਇਹ ਚੀਜ਼ ਇੰਨੀ ਵੱਧ ਨਹੀਂ ਸਕਦੀ ਸੀਗੀ। ਫਿਰ ਇਸ ਚੀਜ਼ ਨੂੰ ਆਈ ਥਿੰਕ ਕੰਟਰੋਲ ਕੀਤਾ ਜਾ ਸਕਦਾ ਸੀਗਾ। ਬਟ ਦੇਖੋ ਪਰੇਸ਼ਾਨ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਜਾਂ ਇਹਨਾਂ ਨੂੰ ਕੋਈ ਉਹ ਨਹੀਂ ਘਰ-ਬਾਰ ਛੱਡ ਕੇ ਇੱਥੇ ਪਰੇਸ਼ਾਨ ਹੋਣ। ਬਹੁਤ ਛੋਟੇ-ਛੋਟੇ ਬੱਚੇ ਦੇਖੇ ਆ ਮੈਂ, ਸੜਕਾਂ 'ਤੇ ਬੈਠੇ ਨੇ, ਬਟ ਬਹੁਤ ਔਖਾ ਹੁੰਦਾ ਆਪਣਾ ਘਰ-ਬਾਰ ਛੱਡ ਕੇ ਇੱਕ ਜਗ੍ਹਾ। ਇਹ ਤਾਂ ਘਰ ਹੀ ਪਾ ਲਿਆ, ਇੱਥੇ ਤਾਂ ਪ੍ਰੋਪਰ ਘਰ ਬਣੇ ਹੋਏ ਨੇ, ਹੈ ਨਾ। ਪ੍ਰੋਪਰ ਨਹਾਉਣਾ ਧੋਣਾ ਖਾਣਾ ਪੀਣਾ ਬਹੁਤ ਮੁਸ਼ਕਿਲ ਹੈ ਇੱਥੇ। ਔਰ ਸੋ ਆਈ ਥਿੰਕ ਇਸ ਚੀਜ਼ ਨੂੰ ਅਗਰ ਪ੍ਰੋਪਰ ਮੈਨੇਜਮੈਂਟ ਨਾਲ ਕੀਤਾ ਜਾਂਦਾ ਤਾਂ ਇਹ ਚੀਜ਼ ਦਾ ਹੱਲ ਨਿਕਲ ਸਕਦਾ ਸੀਗਾ। ਬਟ ਹੁਣ ਵੀ ਜੇ ਪ੍ਰੋਪਰ ਕਿਸਾਨਾਂ ਦੀ ਪ੍ਰੋਪਰ ਗੱਲ ਸੁਣੀ ਜਾਵੇ ਵੀ ਤੁਹਾਨੂੰ ਆਹ ਚੀਜ਼ 'ਚ ਨੁਕਸਾਨ ਆ ਫਾਇਦਾ ਆ, ਤੁਹਾਨੂੰ ਬਿੱਲ ਗਲਤ ਸਹੀ ਕਿਉਂ ਲੱਗਦਾ ਉਹ ਦੱਸਣ, ਸਹੀ ਗਲਤ ਕਿਉਂ ਲੱਗਦਾ ਆ, ਅਤੇ ਇੰਨਾ ਉਹ ਨਹੀਂ ਹੁੰਦਾ। ਤੁਸੀਂ ਉਲਟਾ ਲਾਂਛਨ ਲਾ ਰਹੇ ਹੋ, ਲਾਂਛਨ ਲਾ ਕੇ ਤਾਂ ਤੁਸੀਂ ਸਾਹਮਣੇ ਵਾਲੇ ਬੰਦੇ ਦੀ ਪੇਸ਼ੈਂਸ ਟੈਸਟ ਕਰ ਰਹੇ ਹੋ, ਤੁਸੀਂ ਭੜਕਾ ਰਹੇ ਹੋ।
ਇੱਕ ਤਾਂ ਤੁਸੀਂ ਮੇਰੇ ਤੋਂ ਪਰੇਸ਼ਾਨ ਹੋ, ਉੱਤੋਂ ਮੈਂ ਤੁਹਾਨੂੰ ਗਾਲਾਂ ਕੱਢੀ ਜਾਵਾਂ, ਤੁਸੀਂ ਤਾਂ ਹੋਰ ਜ਼ਿਆਦਾ ਖਿਜੋਗੇ, ਤੁਸੀਂ ਤਾਂ ਕਹੋਗੇ ਮੈਂ ਤਪਿਆ ਬੈਠਾ, ਉੱਤੋਂ ਤੂੰ ਮੈਨੂੰ ਹੋਰ ਤੰਗ ਕਰੀ ਜਾਂਦਾ। ਇਹ ਤਾਂ ਉਹ ਵਾਲਾ ਹਿਸਾਬ ਹੋ ਗਿਆ, ਉਹ ਇੰਨਾ ਨਹੀਂ ਹੋਣਾ ਚਾਹੀਦਾ। ਮੈਮ ਅਸੀਂ ਅਕਸਰ ਦੇਖਦੇ ਹਾਂ ਬਾਲੀਵੁੱਡ ਨੂੰ ਫਿਲਮ ਕਰਨੀ ਹੋਵੇ ਪੰਜਾਬ ਚਾਹੀਦਾ, ਲੋਕੇਸ਼ਨ ਲੈਣੀ ਹੋਵੇ ਪੰਜਾਬ ਚਾਹੀਦਾ, ਹੈ ਨਾ, ਕਲਾਕਾਰ ਲੈਣੇ ਹੋਣ ਪੰਜਾਬ ਚਾਹੀਦਾ। ਜਦੋਂ ਪੰਜਾਬ ਨੂੰ ਲੋੜ ਪੈਂਦੀ ਆ ਅੱਗੇ ਗੱਲ ਲੈ ਕੇ ਜਾਣ ਦੀ, ਉਦੋਂ ਕਈ ਹਸਤੀਆਂ, ਆਪਾਂ ਹਸਤੀ ਵੀ ਨਹੀਂ ਕਹਿ ਸਕਦੇ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਇੰਨੀਆਂ ਟਿੱਪਣੀਆਂ ਕੀਤੀਆਂ ਕਿ ਉਹ ਭੁੱਲਣਯੋਗ ਨਹੀਂ ਹੈਗੀਆਂ। ਲਗਾਤਾਰ ਟਿੱਪਣੀਆਂ ਕਰਦੇ ਰਹੇ, ਕਦੀ ਬਜ਼ੁਰਗ ਬੀਬੀਆਂ ਨੂੰ ਇਦਾਂ ਕਹਿਤਾ, ਕਦੀ ਅੱਤਵਾਦੀ ਕਹਿਤਾ। ਉਹ ਸਭ ਨੂੰ ਕਿਵੇਂ ਦੇਖਦੇ ਹੋ? ਦੇਖੋ, ਆਪਣਾ ਕਲਚਰ ਇੰਨਾ ਕੁ ਜ਼ਿਆਦਾ ਰਿਚ ਹੈ ਨਾ, ਪੰਜਾਬੀ ਕਲਚਰ ਇੰਨਾ ਰਿਚ ਹੈ, ਆਪਾਂ ਨੂੰ ਕਿਸੇ ਨੂੰ ਵੀ ਸਫਾਈ ਦੇਣ ਦੀ ਲੋੜ ਨਹੀਂ ਹੈਗੀ ਵੀ ਆਪਾਂ ਕੌਣ ਹੈਗੇ ਆ, ਹੈ ਨਾ, ਬਿਲਕੁਲ ਵੀ ਲੋੜ ਨਹੀਂ ਹੈਗੀ। ਨਾ ਆਪਾਂ ਨੂੰ ਦੱਸਣ ਦੀ ਲੋੜ ਹੈਗੀ ਆ, ਨਾ ਸਾਡੇ ਬਾਬਾ ਜੀ ਨੇ ਜੇ ਕਿਸੇ ਲਈ ਕੁਝ ਕੀਤਾ ਸੀਗਾ ਉਹ ਸੁਣਾਉਣ ਲਈ ਨਹੀਂ ਸੀ ਕੀਤਾ, ਉਹ ਕਰ ਗਏ ਸੀਗੇ, ਠੀਕ ਹੈ। ਆਪਾਂ ਨੂੰ ਇਹ ਜ਼ਰੂਰਤ ਨਹੀਂ ਹੈਗੀ ਵੀ ਸਾਡੇ ਬਾਬਾ ਜੀ ਨੇ ਤੁਹਾਡੇ ਲਈ ਆਹ ਕੀਤਾ ਜਾਂ ਤੁਸੀਂ ਸਾਡੇ ਲਈ ਆਹ ਕੀਤਾ। ਉਹ ਐਸੀ ਗੋਲਡਨ ਚੀਜ਼ਾਂ ਨੇ ਜੋ ਹੋ ਚੁੱਕੀਆਂ ਨੇ ਔਰ ਉਹ ਕਦੇ ਮਿਟ ਨਹੀਂ ਸਕਦੀਆਂ, ਉਹਨਾਂ ਦੀ ਵਡਿਆਈ ਕਦੇ ਛੋਟੀ ਨਹੀਂ ਰਹਿ ਸਕਦੀ, ਉਹ ਕਦੇ ਵੀ ਨਹੀਂ ਖਤਮ ਹੋ ਸਕਦੀ। ਸੋ ਆਪਾਂ ਨਾ ਸਮਝੇ ਲੋਕਾਂ ਨੂੰ ਇਹ ਦੱਸ ਕੇ, ਔਰ ਪਹਿਲੀ ਗੱਲ, ਕਦੇ ਤੁਹਾਨੂੰ ਲੱਗਦਾ ਪਹਿਲੇ ਇਤਿਹਾਸ 'ਚ ਕਦੇ ਕਿਸੇ ਹੋਰ ਦੀ ਲੋੜ ਪਈ ਆ ਜਿਹੜੀ ਹੁਣ ਪਏਗੀ? ਕੀ ਹੁੰਦਾ ਜਦੋਂ ਇੱਕ ਬਹੁਤ ਵਧੀਆ ਪ੍ਰਣ ਲੈ ਕੇ ਬੰਦਾ ਤੁਰਦਾ, ਪਿੱਛੇ ਕਾਫਿਲਾ ਬਣਦਾ ਜਾਂਦਾ, ਬਣਿਆ ਕਿ ਨਹੀਂ ਬਣਿਆ ਕਾਫਿਲਾ? ਸੋ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਵੀ ਆਪਾਂ ਨਾ ਸਮਝੇ ਲੋਕਾਂ ਨੂੰ, ਜਾਂ ਆਪਾਂ ਕਹੀਏ ਵੀ ਆਓ ਸਾਡੇ ਬਾਰੇ ਦੱਸੋ, ਜਾਂ ਆਓ ਸਾਨੂੰ ਸਪੋਰਟ ਕਰੋ, ਜਾਂ ਆਓ ਤੁਸੀਂ ਸਾਡੇ ਬਾਰੇ ਟਿੱਪਣੀ ਦੇਵੋ। ਇੰਨਾ ਕੁ ਤੁਹਾਡਾ ਵਧੀਆ ਵੇ ਹੋਣਾ ਚਾਹੀਦਾ ਕਿ ਉਹ ਆਪ ਮਜਬੂਰ ਹੋ ਜਾਣ ਵੀ ਨਹੀਂ ਸਾਨੂੰ ਖੜਨਾ ਚਾਹੀਦਾ ਆ ਨਾਲ। ਸੋ ਆਪਾਂ ਨੂੰ, ਮੈਨੂੰ ਜੇ ਕਿਸੇ ਦੀ ਸਪੋਰਟ ਚਾਹੀਦੀ ਹੈ, ਮੈਂ ਕਦੇ ਨਹੀਂ ਕਹੂੰਗੀ ਵੀ ਆਈ ਫਲਾਣਿਆ ਮੇਰੀ ਸਪੋਰਟ ਕਰੀ। ਨੋ, ਮੈਨੂੰ ਪਤਾ ਮੇਰਾ ਸੰਘਰਸ਼ ਕੀ ਹੈ, ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਨਹੀਂ, ਪਤਾ ਚੱਲੇਗਾ, ਆਪ ਹੀ ਖੜਨਗੇ, ਉਹ 'ਚ ਜ਼ਿਆਦਾ ਮਜ਼ਾ। ਆਉਂਦੇ ਨੇ, ਵੈਲਕਮ ਹੈ। ਆਈ ਥਿੰਕ ਆਪਾਂ ਨੂੰ ਇਹੀ ਸਿਖਾਇਆ ਗਿਆ, ਜੇ ਅੱਗੇ ਵੀ ਆਉਣਗੇ ਆਪਾਂ ਕਿਸੇ ਦਾ ਨਿਰਾਦਰ ਨਹੀਂ ਕਰ ਸਕਦੇ। ਜੇ ਆਉਂਦੇ ਨੇ, ਠੀਕ ਹੈ, ਆਪਾਂ ਜੀ ਸੱਦ ਕੇ, ਮੈਨੂੰ ਨਹੀਂ ਪਤਾ ਬਾਕੀ ਜਨਤਾ ਕੀ ਸੋਚਦੀ ਹੈ, ਮੇਰਾ ਕਹਿਣਾ, ਜਿੰਨੀ ਕਿ ਮੇਰੀ ਸਮਝ ਹੈ, ਜਿੰਨੀ ਕਿ ਮੇਰੀ ਉਮਰ ਆ, ਇਹ ਕਹਿਣਾ ਚਾਹੀਦਾ ਕਿ ਆਓ ਸਿਰ ਮੱਥੇ, ਤੁਸੀਂ ਸਾਡਾ ਸਾਥ ਨਹੀਂ ਦਿੱਤਾ। ਐਂ ਤਾਂ ਬਾਬਾ ਜੀ ਨੂੰ ਵੀ ਬਹੁਤ ਆਪਣੇ ਕੁਝ ਸਿੱਖ ਛੱਡ ਕੇ ਗਏ ਸੀਗੇ, ਲੇਕਿਨ ਬਾਬਾ ਜੀ ਨੇ ਉਹਨਾਂ ਨੂੰ ਮਿਹਣਾ ਤਾਂ ਨਹੀਂ ਸੀ ਮਾਰਿਆ। ਉਹਨਾਂ ਨੇ ਉਸ ਤਰੀਕੇ ਨਾਲ ਮਜਬੂਰ ਹੋਏ ਕਿ ਉਹ ਵਾਪਸ ਫੇਰ ਆਏ। ਜਦੋਂ 40 ਸਿੱਖ ਛੱਡ ਕੇ ਗਏ ਸੀ, ਉਹ ਫੇਰ ਆਏ ਵਾਪਸ, ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਫਿਰ ਇਹ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਮਿਹਣੇ ਦਈਏ, ਇਹ ਇਤਿਹਾਸ ਆਪਣਾ ਸਿਖਾਉਂਦਾ ਨਹੀਂ ਹੈਗਾ। ਆਪਾਂ ਸ਼ਾਂਤ, ਮੈਨੂੰ ਬਹੁਤ ਪ੍ਰਾਊਡ ਹੈ ਕਿ ਜਿੰਨੇ ਪੰਜਾਬੀ ਆਪਣੇ ਪਹਿਲੇ ਹੋ ਜਾਂਦੇ ਸੀਗੇ, ਹੈ ਨਾ, ਆਪਣੇ ਹੁਣ ਇਸ ਟਾਈਮ ਸਾਰੇ ਸ਼ਾਂਤਮਈ ਤਰੀਕੇ ਨਾਲ ਚੱਲ ਰਹੇ। ਆਪਾਂ ਕੋਈ ਮੌਕਾ ਹੀ ਨਹੀਂ ਦੇਣਾ। ਜੇ ਆਪਾਂ ਨੂੰ ਕਹਿ ਰਹੇ ਨੇ, ਉਹ ਇੱਕ ਤਰ੍ਹਾਂ ਨਾਲ ਡਿਸਟਰੈਕਸ਼ਨ ਹੈ, ਸਮਝਣ ਦੀ ਕੋਸ਼ਿਸ਼ ਕਰੋ, ਉਹ ਪੋਕ ਕਰ ਰਹੇ ਨੇ, ਡਿਸਟਰੈਕਸ਼ਨ ਹੈ। ਆਪਾਂ ਨੂੰ ਉੱਧਰ ਜਾਣਾ ਹੀ ਨਹੀਂ ਚਾਹੀਦਾ, ਆਪਾਂ ਨੂੰ ਉਹ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ। ਕਿਸੇ ਦੇ ਕਹਿਣ ਨਾਲ ਸਾਡੀਆਂ, ਦੇਖੋ ਅੱਜ ਮੈਨੂੰ ਕਹਿਣਾ ਨਹੀਂ ਚਾਹੀਦਾ, ਮੇਰੀ ਮਤਲਬ ਮਾਵਾਂ ਨੂੰ ਜਦੋਂ ਬੋਲਦੇ ਤਾਂ ਦੁੱਖ ਲੱਗਦਾ, ਇਹ ਸ਼ੋਰ ਹੈ, ਲੇਕਿਨ ਆਪਾਂ ਨੂੰ ਉਹਨਾਂ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ। ਬੰਦਾ ਪਹਿਲੇ ਆਪਣੇ ਵੱਲ, ਰੌਲਾ ਉਹੀ ਪਾਉਂਦਾ ਹੁੰਦਾ ਜਿਹਦੇ ਪੱਲੇ ਕੁਛ ਨਹੀਂ ਹੁੰਦਾ। ਆਪਾਂ ਨੂੰ ਦੱਸਣ ਦੀ ਲੋੜ ਨਹੀਂ ਹੈਗੀ। ਇੱਕ ਜੇ ਸਾਡੀ ਕੋਈ ਮਾਂ ਹੈ ਜਾਂ ਬਜ਼ੁਰਗ ਮਾਤਾ ਆ ਸਾਰੇ ਉਹ ਉਹਨਾਂ ਲਈ ਖੜੇ ਨੇ, ਇਹ ਸਬੂਤ ਹੈ। ਮਤਲਬ ਉਹਨਾਂ ਦੀ ਨੀਂਦਾਂ ਹਰਾਮ ਹੋ ਚੁੱਕੀਆਂ, ਉਹਨਾਂ ਨੇ ਕੁਛ ਨਾ ਕੁਛ ਤਾਂ ਕਰਨਾ ਹੀ ਹੈ ਬੈਠੇ। ਕੰਧ ਉੱਪਰੋਂ 'ਚ ਗਾਲਾਂ ਕੱਢੀ ਜਾਣੀਆਂ ਨੇ, ਉਹਦੇ ਨਾਲ ਬੰਦੇ ਦਾ ਜਿਹੜਾ ਪੀਸਫੁਲ ਮਾਈਂਡ ਹੈ ਉਹਨੂੰ ਤਾਂ ਕੋਈ ਫਰਕ ਨਹੀਂ ਪੈਣਾ ਚਾਹੀਦਾ ਨਾ ਉਸ ਚੀਜ਼ ਨਾਲ। ਕਿਸਾਨਾਂ ਦੇ ਮਤਲਬ ਕਿ ਵਿਰਾਸਤ ਵਿੱਚ ਕਿਸਾਨੀ ਮਿਲੀ ਹੋਈ ਆ। ਹੁਣ ਅਸੀਂ ਦੇਖਿਆ ਕਿ ਇਹਨਾਂ ਨੇ ਫੁੱਟਪਾਥ ਤੇ ਉੱਤੇ ਜਿਹੜੀ ਮਿੱਟੀ ਹੁੰਦੀ ਆ ਨਾ, ਉਹਨੂੰ ਸਹੀ ਕਰ ਕਰਕੇ ਉੱਤੇ ਸਬਜ਼ੀਆਂ ਲਾਤੀਆਂ। ਉਹਨਾਂ ਦਾ ਇਹ ਕਹਿਣਾ ਕਿ ਅਸੀਂ ਹੱਕ ਲੈ ਕੇ ਜਾਣਾ ਆ, ਤਦ ਤੱਕ ਨਹੀਂ ਦਿਓਗੇ ਅਸੀਂ ਇੱਥੇ ਬੈਠੇ ਹਾਂ। ਕੋਈ ਸੋਲਰ ਪੈਨਲ ਲੈ ਕੇ ਆਇਆ ਹੋਇਆ, ਉੱਥੇ ਚਾਰਜ ਕਰ ਰਹੇ ਆ, ਕੋਈ ਵੱਖ-ਵੱਖ ਤਰੀਕੇ ਦੇ ਲੰਗਰ ਲੈ ਕੇ ਆਏ ਹੋਏ ਨੇ। ਮਤਲਬ ਇੱਕ ਵੱਖਰਾ ਜੋਸ਼ ਭਰ ਰਹੇ ਹੋ ਤੁਸੀਂ। ਜਦੋਂ ਰਸਤੇ 'ਚ ਆਏ ਹੋਵੋਗੇ, ਕਦੀ ਕਿਸੇ ਚੀਜ਼ ਨੂੰ ਦੇਖ ਕੇ ਕਦੀ ਹੋਇਆ ਮਨ ਭਾਵਕ ਹੋਇਆ, ਜਾਂ ਕਦੀ ਐਸਾ ਦ੍ਰਿਸ਼ ਦੇਖਿਆ ਕਿ ਇੱਕ ਪ੍ਰਾਊਡ ਫੀਲ ਕੀਤਾ ਹੋਏਗਾ? ਕੁਝ ਸਾਂਝਾ ਕਰੋ ਸਾਨੂੰ। ਬਿਲਕੁਲ, ਕਿਉਂਕਿ ਮੈਨੂੰ ਬਹੁਤ ਇਸ ਚੀਜ਼ ਨਾਲ ਪ੍ਰਾਊਡ ਹੈ, ਕਿਉਂਕਿ ਮੈਂ ਆਪਣੀ ਅੱਖਾਂ ਸਾਹਮਣੇ ਇੰਡਸਟਰੀ ਦੇਖੀ ਆ। ਮੇਰੀ ਲਾਈਫ ਦੇ 10-11 ਸਾਲ ਗਏ ਨੇ। ਸੋ ਸਾਰੀ ਇੰਡਸਟਰੀ, ਪਹਿਲੀ ਗੱਲ ਤਾਂ ਇੱਕ ਹੈ, ਇਸ ਟਾਈਮ ਕੋਈ ਵੱਡਾ ਛੋਟਾ ਨਹੀਂ ਹੈ, ਉਹ ਦੇਖ ਕੇ ਖੁਸ਼ੀ ਹੁੰਦੀ ਹੈ। ਸਾਰੇ ਆਰਟਿਸਟ ਇੱਥੇ ਪਹੁੰਚੇ ਨੇ। ਮੈਨੂੰ ਨਹੀਂ ਪਤਾ ਮਨਸ਼ਾ ਚੰਗੀ ਮਾੜੀ, ਆਪਾਂ ਕਿਸੇ ਨੂੰ ਕੋਈ ਟਿੱਪਣੀ ਨਹੀਂ ਦੇਣਾ ਚਾਹੁੰਦੇ, ਬਟ ਇਸ ਟਾਈਮ ਸਾਰੇ ਇੱਕ ਪਰਿਵਾਰ ਬਣ ਕੇ ਖੜੇ ਨੇ। ਨਾ ਤਾਂ ਇੱਥੇ ਕੋਈ ਆਰਟਿਸਟ ਹੈ, ਨਾ ਤਾਂ ਇੱਥੇ ਕੋਈ ਹੋਰ ਹੈ। ਸਾਰੇ, ਜੇ ਹੁਣ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਮਿੱਟੀ ਸਾਫ਼ ਕਰਕੇ ਕਿਸਾਨਾਂ ਨੇ ਉਹ ਕੀਤਾ, ਉਹਨਾਂ ਨੂੰ ਪਤਾ ਹੈ ਅਸੀਂ ਆਪਣੀ ਰੋਟੀ ਉਗਾਉਣੀ ਕਿਵੇਂ। ਸਾਨੂੰ ਨਹੀਂ ਆਉਂਦੀ, ਉਹਨਾਂ ਨੂੰ ਆਉਂਦੀ ਆ। ਸੋ ਉਹ ਆਪਣਾ ਹੱਲ ਉਹ ਕਰ ਲੈਣਗੇ। ਉਹ ਇਹ ਦੱਸ ਰਹੇ ਨੇ ਵੀ ਸਾਨੂੰ ਕਿਤੇ ਵੀ ਪਹੁੰਚਾ ਦਿਓ, ਅਸੀਂ ਆਪਣਾ ਅੰਨ ਆਪ ਕ੍ਰੀਏਟ ਕਰ ਲੈਣਾ ਆ। ਤੁਸੀਂ ਆਪਣੇ ਬਾਰੇ ਸੋਚੋ। ਮੈਨੂੰ ਕਿਤੇ ਛੱਡ ਦਿਓ, ਮੈਨੂੰ ਤਾਂ ਲਾਲੇ ਪੈ ਜਾਣਗੇ ਵੀ ਮੈਂ ਸਬਜ਼ੀ ਕਿੱਥੋਂ ਲੈ ਕੇ ਆਵਾਂ।
ਕਿੱਥੋਂ ਲੱਭਾਂ, ਮੈਨੂੰ ਨਹੀਂ ਉਗਾਉਣੀ ਆਉਂਦੀ। ਬਟ ਜਿਨ੍ਹਾਂ ਨੂੰ ਆਉਂਦੀ ਉਹਨਾਂ ਨੂੰ ਭਾਵੇਂ ਤੁਸੀਂ ਵਿਰਾਨਿਆਂ 'ਚ ਛੱਡ ਦਿਓ, ਉਹਨਾਂ ਨੇ ਆਪੇ ਗੱਲ ਲੈਣੀ। ਉਹਨਾਂ ਕੋਲ ਉਹ ਹੁਨਰ ਹੈਗਾ ਆ। ਲੇਕਿਨ ਦੇਖੋ ਇਹ ਸਰਕਲ ਆਫ ਲਾਈਫ ਹੁੰਦਾ ਆ। ਜੇ ਇੱਕ ਕੈਮਰਾਮੈਨ ਨਹੀਂ ਹੋਏਗਾ, ਤੁਸੀਂ ਮਾਈਕ ਨਹੀਂ ਫੜੋਗੇ, ਮੇਰੀ ਕੋਈ ਔਕਾਤ ਨਹੀਂ। ਲੇਕਿਨ ਜੇ ਤੁਹਾਡੇ ਕੋਲ ਵੀ ਬੋਲਣ ਲਈ ਕੋਈ ਆਰਟਿਸਟ ਨਹੀਂ ਹੋਏਗਾ, ਤੁਹਾਡੇ ਕੋਲ ਵੀ ਕੋਈ ਉਹ ਨਹੀਂ। ਸੋ ਆਪਾਂ ਇੱਕ ਦੂਜੇ ਦੇ ਨਾਲ ਚੱਲਦੇ ਹਾਂ। ਸੋ ਇਹ ਕਹਿਣਾ ਬਹੁਤ ਬੇਕਾਰ ਆ ਵੀ ਕਿਸਾਨੀ ਉਹਨਾਂ ਦੀ ਵੀ ਸਾਨੂੰ ਉਨੀ ਹੀ ਲੋੜ ਹੈ, ਉਹਨਾਂ ਦੀ ਹੀ ਸਾਨੂੰ ਲੋੜ ਹੈ। ਅੱਜ ਅਸੀਂ ਇੰਨੇ ਸੋਹਲ ਬਣ ਚੁੱਕੇ ਹਾਂ। ਮੈਂ ਏਸੀ ਗੱਡੀ 'ਚੋਂ ਬਾਹਰ ਆਉਂਦੀ ਮੈਨੂੰ ਘਬਰਾਹਟ ਹੋਣ ਲੱਗ ਜਾਂਦੀ, ਮੈਂ ਸੱਚ ਬੋਲ ਰਹੀ ਹਾਂ। ਬਟ ਉੱਥੇ ਉਹ ਜਾ ਕੇ ਕੰਮ ਕਰਨਾ ਬਹੁਤ ਡਿਫਿਕਲਟ ਹੈ, ਬਹੁਤ ਡਿਫਿਕਲਟ ਹੈ। ਔਰ 6-6 ਮਹੀਨੇ 7-7 ਮਹੀਨੇ ਆਸ ਲਾ ਕੇ ਰੱਖਣੀ ਵੀ ਹੁਣ ਸਾਨੂੰ ਇੱਥੋਂ ਇੰਨੀ ਆਮਦਨ ਆਊਗੀ। ਉਹਨਾਂ ਦੇ ਵੀ ਬੱਚੇ ਨੇ, ਫਿਰ ਅੱਗੇ ਮੀਂਹ ਹੜ੍ਹ ਤੋਂ ਜੇ ਕਰਦੇ ਔਰ ਪਾਸ ਕਰਦੇ ਔਖਾ ਸਮਾਂ ਜੇ ਮੰਡੀ 'ਚ ਵਿਕਦੀ ਆ ਤਾਂ ਪਤਾ ਨਹੀਂ ਕਿੰਨਿਆਂ ਦੀ ਸੜਦੀ ਆ, ਕਿੰਨਿਆਂ ਦੀ ਰਹਿ ਜਾਂਦੀ ਆ, ਅੱਧਿਆਂ ਦੀ। ਤਾਂ ਉਹਨਾਂ ਨੂੰ ਇਹ ਮੇਬੀ ਸ਼ਾਇਦ ਉਹ ਚਾਹੁੰਦੇ ਨੇ ਕਿ ਸਾਡੀ ਲਾਗਤ ਤਾਂ ਮੁੜੇ, ਜੋ ਉਹਨਾਂ ਦਾ ਬੇਸਿਕਲੀ ਮੁੱਦਾ ਹੈਗਾ ਆ। ਲੱਗਦਾ ਹੈ ਕਿ ਮੈਮ ਕਿ ਹੁਣ ਇਸ ਅੰਦੋਲਨ ਤੋਂ ਬਾਅਦ 2022 ਦੀਆਂ ਚੋਣਾਂ ਵਿੱਚ ਇਹ ਸਰਕਾਰ ਨੂੰ ਫਰਕ ਪਊਗਾ, ਜਾਂ ਲੋਕ ਥੋੜਾ ਇਸ ਚੀਜ਼ ਤੋਂ ਜਾਗਰੂਕ ਹੋ ਕੇ ਅੱਗੇ ਵੋਟ ਪਾਉਣ ਦੀ ਜਗ੍ਹਾ ਸੋਚਣਗੇ ਵੀ ਵੋਟ ਪਾਉਣ ਤੋਂ ਪਹਿਲਾਂ? ਦੇਖੋ ਪਤਾ ਕਿਸੇ ਦਾ ਵੀ ਨਹੀਂ ਹੁੰਦਾ। 2 ਮਹੀਨੇ ਤੋਂ ਬਾਅਦ ਹੋ ਸਕਦਾ ਬਾਅਦ 'ਚ ਫਿਰ ਕੁਝ ਚੀਜ਼ਾਂ ਚੇਂਜ ਹੋ ਜਾਣ। ਸੋ ਆਪਾਂ ਕੁਝ ਕਹਿ ਨਹੀਂ ਸਕਦੇ ਹੈਗੇ। ਲੇਕਿਨ ਆਈ ਥਿੰਕ ਗਵਰਨਮੈਂਟ ਕੋਈ ਵੀ ਆਵੇ, ਗਵਰਨਮੈਂਟ ਜਿਹੜੀ ਮਰਜ਼ੀ ਰਵੇ, ਬਟ ਹਰ ਚੀਜ਼ ਦਾ ਇੱਕ ਤਰੀਕਾ ਹੁੰਦਾ ਆ। ਆਪਾਂ ਇਹ ਨਹੀਂ ਕਹਿੰਦੇ ਫੋਰ ਐਗਜ਼ਾਮਪਲ ਆਪਾਂ ਕੋਈ ਚੂਜ਼ ਹੋਰ ਕਰ ਵੀ ਲੈਂਦੇ ਹਾਂ, ਉਹਦੀ ਕੀ ਗਰੰਟੀ ਆ? ਨਹੀਂ ਗਰੰਟੀ। ਬਟ ਇਹ ਹੋ ਸਕਦਾ ਕਿ ਸਭ ਦਾ ਸੋਚ ਕੇ ਕਰਨਾ ਚਾਹੀਦਾ ਆ, ਸਭ ਦਾ। ਬਿਕਾਜ਼ ਆਪਣਾ ਕਨਸਟੀਟਿਊਸ਼ਨ ਜਿਹੜਾ ਆ ਉਹ ਹੈਗਾ ਆ ਸੋਸ਼ਲਿਸਟ ਕੰਟਰੀ ਦਾ, ਠੀਕ ਹੈ। ਲੇਕਿਨ ਆਪਣੇ ਇੱਥੇ ਕੈਪੀਟਲਿਸਟ ਚੱਲ ਰਹੀ ਆ, ਠੀਕ ਹੈ, ਆਪਣੀ ਮਿਕਸ ਚੱਲ ਰਹੀ ਆ। ਸੋ ਸੰਵਿਧਾਨ ਦੇ ਅਕੋਰਡਿੰਗ ਇਹ ਚੱਲਦਾ ਆ ਕਿ ਆਪਣੀ ਗਵਰਨਮੈਂਟ ਨੂੰ ਬਹੁਤ ਤਰੀਕੇ ਨਾਲ ਚੱਲਣਾ ਚਾਹੀਦਾ। ਅਗਰ ਬਿਜ਼ਨਸ ਵੀ ਰਨ ਕਰ ਰਿਹਾ ਹੈ, ਔਰ ਕਿਉਂਕਿ ਕੁਝ ਦੇਸ਼ ਹੁੰਦੇ ਨੇ ਜਿਹੜੇ ਲੋਕਾਂ ਦੇ ਹਿੱਤ ਲਈ ਕੰਮ ਕਰਦੇ ਆ, ਉਹ ਫਾਇਦਾ ਨੁਕਸਾਨ ਨਹੀਂ ਦੇਖਦੇ। ਆਪਣੇ ਇੱਥੇ ਦੋਨੋਂ ਚੱਲਦੀਆਂ ਨੇ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਜਮੀ ਲੋਕਾਂ ਦਾ ਨੁਕਸਾਨ ਕਰ ਦਈਏ ਜਾਂ ਜਮੀ ਬਿਜ਼ਨਸ ਬੰਦ ਕਰ ਦਈਏ। ਸੋ ਇਹਨੂੰ ਬੈਲੈਂਸ ਕਰਨਾ ਇਜ਼ ਵੈਰੀ ਇੰਪੋਰਟੈਂਟ। ਅਗਰ ਦੇਖੋ 100 ਦੇ ਵਿੱਚੋਂ 99 ਲੋਕ ਖੁਸ਼ ਹੋ ਸਕਦੇ, ਇੱਕ ਨਹੀਂ ਖੁਸ਼ ਹੋਇਆ ਤਾਂ ਅਗਰ ਉਹ ਕਿਉਂ ਨਹੀਂ ਹੋਇਆ, ਆਪਾਂ ਵੋਟ ਦਿੱਤੀ ਹੈ ਤਾਂ ਉਹਦਾ ਹੱਕ ਬਣਦਾ ਹੈ ਵੀ ਅਸੀਂ ਖੁਸ਼ ਨਹੀਂ ਹੈਗੇ। ਮੈਨੂੰ ਕਿਸੇ ਦੇ ਕੱਪੜੇ ਨਹੀਂ ਪਸੰਦ ਹੈ, ਮੈਨੂੰ ਰਾਈਟ ਹੈਗਾ ਕਹਿਣ ਦਾ, ਕਿਉਂਕਿ ਮੈਨੂੰ ਪੈਸੇ ਪੇ ਕੀਤੇ, ਮੈਨੂੰ ਤੇਰੀ ਆਹ ਚੀਜ਼ ਪਸੰਦ ਨਹੀਂ ਆਈ, ਇਹਨੂੰ ਠੀਕ ਕਰਕੇ ਦਿਓ। ਆਪਾਂ ਦਰਜੀ ਨੂੰ ਕਹਿ ਦਿੰਦੇ ਆਪਾਂ। ਸੋ ਇੱਥੇ ਇਹ ਵੀ ਹੋਣਾ ਚਾਹੀਦਾ ਵੀ ਉਸ ਚੀਜ਼ ਦਾ ਕੋਈ ਹੱਲ ਕੱਢਣਾ ਚਾਹੀਦਾ, ਕਿਉਂਕਿ ਇਹ ਵੀ ਸਾਲਾਂ ਬੱਧੀ ਨਹੀਂ ਇੱਥੇ ਬੈਠ ਸਕਦੇ। ਉਹ ਵੀ ਹੋਰ ਲੋਕ ਨੇ ਜਾਂ ਸਾਰਾ ਕੁਛ ਆ, ਅੰਦੋਲਨ ਚੱਲ ਰਿਹਾ। ਲੇਕਿਨ ਇਹਨਾਂ ਨੂੰ ਵੀ ਹੈ ਨਾ ਛੇਤੀ ਖਤਮ ਹੋਵੇ ਤੇ ਆਪਾਂ ਆਪਣੇ ਘਰਾਂ ਨੂੰ ਜਾਈਏ। ਜ਼ਿੰਦਗੀ ਸੌਖੀ ਜ਼ਿੰਦਗੀ ਸਭ ਨੂੰ ਪਸੰਦ ਆ, ਆਹ ਵਾਲੀ ਲਾਈਫ ਲੈ ਕੇ ਚੱਲਣਾ। ਔਰ ਸਭ ਤੋਂ ਵੱਡੀ ਗੱਲ, ਸਭ ਦਾ ਮਾਈਂਡ ਸੈੱਟ ਇੱਕ ਹੈ ਇਸ ਟਾਈਮ। ਆਪਾਂ ਇੱਕ ਨੂੰ ਗਲਤ ਕਹਿ ਸਕਦੇ, 2 ਨੂੰ ਕਹਿ ਸਕਦੇ, ਆਪਾਂ ਲੱਖਾਂ ਜਾਣਿਆਂ ਨੂੰ ਮੈਨੂਪੂਲੇਟ ਕਰਕੇ ਨਹੀਂ ਇੱਥੇ ਬੁਲਾ ਸਕਦੇ, ਹੈ ਨਾ। ਸੋ ਉਹ ਉਹਨਾਂ ਦੇ ਮਾਈਂਡ 'ਚ ਜੇ ਕੋਈ ਰੋਸ ਹੈ ਜਾਂ ਗੁੱਸਾ ਹੈ ਜਾਂ ਕੁਛ ਹੈ, ਉਹਦਾ ਹੱਲ ਕੱਢਣਾ ਹੀ ਇੰਪੋਰਟੈਂਟ ਹੈ। ਇਹਦੇ ਨਾਲ ਜਾਨੀ ਮਾਲ ਨੁਕਸਾਨ ਹੋਣਾ, ਮੈਂਟਲੀ ਨੁਕਸਾਨ ਹੋਣਾ, ਪ੍ਰੋਪਰਟੀ ਨੁਕਸਾਨ ਹੋਣਾ ਜਾਂ ਕੁਛ ਚੀਜ਼ ਹੋਣਾ, ਉਹਦੇ ਨਾਲ ਆਮ ਜਨਤਾ ਹੀ ਇਫੈਕਟ ਹੁੰਦੀ ਹੈ, ਉਹਦੇ ਨਾਲ ਕੋਈ ਇਫੈਕਟ ਨਹੀਂ ਹੁੰਦਾ। ਸੋ ਇਸ ਚੀਜ਼ ਦਾ ਆਈ ਥਿੰਕ ਕੋਈ ਐਜ਼ ਸੂਨ ਐਜ਼ ਪੋਸੀਬਲ ਹੱਲ ਕੱਢਣਾ ਜ਼ਰੂਰੀ ਹੈ। ਸਾਡੇ ਦਰਸ਼ਕ ਜੋ ਤੁਹਾਨੂੰ ਦੇਖ ਰਹੇ ਆ, ਜੋ ਆਉਣਾ ਚਾਹੁੰਦੇ ਆ, ਕਿਸੇ ਕਾਰਨ ਕਰਕੇ ਨਹੀਂ ਆ ਪਾ ਰਹੇ, ਕੋਈ ਦੂਰ ਬੈਠੇ ਆ ਜਾਂ ਕਿ ਜਿਵੇਂ ਵੀ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਦੇਖੋ ਇਹ ਜ਼ਰੂਰੀ ਨਹੀਂ ਆ ਵੀ ਇੱਥੇ ਪਹੁੰਚ ਕੇ ਹੀ ਤੁਸੀਂ ਸਪੋਰਟ ਦਿਖਾਉਂਦੇ ਹੋ, ਹੈ ਨਾ। ਅਤੇ ਆਪਾਂ ਦੇਖੋ ਅਰਦਾਸਾਂ, ਕੀ ਪਤਾ ਕੋਈ ਬੈਠਾ ਕਿਤੇ ਅਰਦਾਸ ਕਰ ਰਿਹਾ ਆ ਕਿ ਹੋ ਜਾਵੇ, ਹੋ ਸਕਦਾ ਕੋਈ ਕਿਸਾਨ ਨਾ ਆ ਪਾਇਆ ਹੋਵੇ, ਜ਼ਰੂਰੀ ਨਹੀਂ। ਇਹ ਇੱਥੇ ਪਹੁੰਚ ਗਏ, ਹੋ ਸਕਦਾ ਕਈਆਂ ਕੋਲ ਆਉਣ ਦੇ ਪੈਸੇ ਵੀ ਨਾ ਹੋਣ। ਸੋ ਪੋਸੀਬਿਲਿਟੀ ਕੁਛ ਵੀ ਹੋ ਸਕਦੀ ਆ, ਆਪਾਂ ਨੂੰ ਕੌਨਸੀਕੁਐਂਸਿਸ ਨਹੀਂ ਪਤਾ ਹੈਗੇ। ਤਾਂ ਰੱਬ ਕਿਤੇ ਬੈਠ ਕੇ ਅਰਦਾਸ ਕਰੋ, ਅਰਦਾਸ ਤਾਂ ਮਹਾਰਾਜ ਕੋਲੇ ਜਾਣੀ ਆ। ਸੋ ਸਾਰੇ ਇੱਕ ਹੈਗੇ ਨੇ, ਇੰਨੇ ਤਾਦਾਦ ਦੇ ਵਿੱਚ ਅਰਦਾਸਾਂ ਜਾ ਰਹੀਆਂ ਨੇ। ਸੋ ਆਈ ਹੋਪ ਸੋ। ਅੱਜ ਹਰ ਜਵਾਨ ਦੇ ਵਿੱਚ ਭਗਤ ਸਿੰਘ ਨਜ਼ਰ ਆ ਰਿਹਾ, ਹਰ ਬੀਬੀ 'ਚ ਮਾਈ ਭਾਗੋ ਦੀਆਂ ਵਾਰਸਾਂ ਨਜ਼ਰ ਆ ਰਹੀਆਂ ਨੇ, ਇਹਨੂੰ ਕਿਵੇਂ ਦੇਖਦੇ ਹੋ? ਵਧੀਆ ਗੱਲ ਹੈ, ਬਹੁਤ ਚੰਗੀ ਗੱਲ ਹੈ। ਇੱਥੋਂ ਪਤਾ ਲੱਗਦਾ ਵੀ ਮੈਂ ਹੁਣੀ ਜਸਟ ਆਫ ਕੈਮਰਾ ਕਹਿ ਕੇ ਹਟੀ ਸੀ ਕਿ ਆਪਣੇ ਬਾਬਾ ਜੀ ਨੇ, ਆਪਾਂ ਤਾਂ ਬੈਠ ਕੇ ਮੈਂ ਭਾਜੀ ਨੂੰ ਬੋਲ ਰਹੀ ਸੀ ਕਿ ਭਾਜੀ ਇਸ ਚੀਜ਼ ਦਾ ਕੀ ਹੱਲ ਹੈ, ਵੀ ਕੀ ਹੋ ਸਕਦਾ, ਕੀ ਅੱਗੇ ਰਿਜ਼ਲਟ ਨਿਕਲ ਸਕਦਾ, ਹੈ ਨਾ। ਕਿਉਂਕਿ ਜਦੋਂ ਮੈਂ ਆਈ ਮੈਨੂੰ ਇਹ ਸੀਗਾ ਕਿ ਮੈਂ ਦੇਖਾਂ ਵੀ ਹੋਊਗਾ ਕੀ। ਸੋ ਮੈਂ ਸੋਚ ਰਹੀ ਹਾਂ ਕਿ ਬਾਬਾ ਜੀ ਸੀਗੇ ਆਪਣੇ, ਉਹਨਾਂ ਨੇ ਕਿੰਨੀ ਚੀਜ਼ਾਂ ਦੇ ਅਗੇਂਸਟ, ਕਿੰਨਾ ਉਹ ਆਪਣੇ ਹੋਰ ਜਿੰਨੇ ਜਾਣੇ ਨੇ, ਉਹਨਾਂ ਨੇ ਜੰਗ ਕਿਵੇਂ ਜਿੱਤੀ ਹੋਣੀ ਆ। ਸੋ ਅੱਜ ਜੋ ਸ਼ਾਇਦ ਰੱਬ ਨੂੰ ਭੁੱਲ ਚੁੱਕੇ ਸੀਗੇ, ਅੱਜ ਇੱਥੋਂ ਪਤਾ ਲੱਗਦਾ ਆ ਵੀ ਆਪਾਂ ਇਹ ਚੀਜ਼ ਕਿਵੇਂ ਲਈ ਆ, ਅਤੇ ਇਹ ਚੀਜ਼ ਨੂੰ ਆਪਾਂ ਭੁੱਲਣਾ ਨਹੀਂ ਆ। ਰੱਬ ਤੁਹਾਨੂੰ ਇੱਕ ਨਾ ਇੱਕ ਵਾਰ
ਤੁਹਾਨੂੰ ਲਾਈਫ ਦੇ ਲੈਸਨਸ ਦਿਵਾਉਂਦਾ ਆ। ਸੋ ਐਜ਼ ਅ ਯੰਗ ਪਰਸਨ ਮੈਨੂੰ ਇਸ ਚੀਜ਼ ਦਾ ਲੈਸਨ ਹੈ ਕਿ ਮੈਨੂੰ ਉਹ ਚੀਜ਼ ਬਹੁਤ ਡੂੰਘੀ ਰਿਮਾਈਂਡ ਹੁੰਦੀ ਆ ਕਿ ਵੀ ਉਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ ਕਿਵੇਂ ਆ ਚੀਜ਼ ਕੀਤੀ ਹੋਣੀ ਆ, ਹੈ ਨਾ। ਔਰ ਸਾਨੂੰ ਬਹੁਤ ਔਖੀ ਚੀਜ਼ ਇਹ ਮਿਲੀ ਆ ਔਰ ਆਪਾਂ ਵੀ ਉਸੇ ਚੀਜ਼ 'ਤੇ ਚੱਲ ਰਹੇ ਹਾਂ ਇਸ ਟਾਈਮ। ਸ਼ੁਕਰੀਆ। ਸੋ ਹਿਮਾਂਸ਼ੀ ਖੁਰਾਣਾ ਨੇ ਇੱਕ ਬਹੁਤ ਸਰਲ ਤਰੀਕੇ ਨਾਲ, ਬੇਬਾਕ ਤਰੀਕੇ ਨਾਲ ਆਪਣੀ ਗੱਲ ਰੱਖੀ ਹੈ। ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮੈਂ ਹਰਮੀਤ ਸਿੰਘ, ਦੈਨਿਕ ਸਵੇਰਾ ਟੀਵੀ, ਕੁੰਡਲੀ ਬਾਰਡਰ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647, 84 374 94 648।